वाहिगुरु जी का खालसा, वाहिगुरु जी की फतेह। सतनाम श्री वाहिगुरु साहिब जी। सोरठ महला पंजवा। घर दूजा। अष्टपदियाँ। एक ओंकार सतगुर प्रसाद। पाठ पढ़ियो अर वेद विचारियो। निवल भुअंग साधे। पंच जना स्यो संग न छुटक्यो। अधिक अहं बुद्ध बंधे। पाठ पढ़ियो अर वेद विचारियो। निवल भुअंगम साधे। पंच जना स्यो संग न छुटक्यो। अधिक अहं बुद्ध बंधे। प्यारे एन विध मिलन न जाई। मैं किए कर्म अनेका। हार परयो स्वामी का द्वार। जीजा बुद्ध विवेका। रहाओ मोन भयो कर पाती रहो। नगन फिरो बन माही। पाट तीरथ सब धरती भ्रमियो। दुविधा छुटक नाही। मन कामना तीर्थ जाए बसयो। सिर करवत तराए। मन की मैल न उतरै ए विध। जे लख जतन कराए। काने के कामिनी है वर गैवर। बहुविध दान दातारा। अन्न वस्त्र भूम बहु अर्पे। ना मिलिया हर द्वारा। पूजा अर्चा बंदन दंडात। खट कर्मा रत रहता। हों करत बंधन मह परया। ना मिलिया ए जुगता। योग सिद्ध आसन 84। ए भी कर कर रहया।
वडी आरजा फिर जन्मै हर स्यो संग न गहया राज लीला राजन की रचना करया हुक्म अफारा सेज सोनी चंदन चोआ नरक घोर का द्वारा हर कीरत साध संगत है सिर कर्मन कै कर्मा को नानक तिस भयो पराबत जिस पुरव लेखे का लहना तेरो सेवको ए रंग माता भयो कृपाल दीन दुख भंजन हर हर कीर्तन एहो मन राता तेरो सेवक ए रंग माता भयो कृपाल दीन दुख भंजन हर हर कीर्तन एहो मन राता रहाओ दूजा वाहिगुरु जी का खालसा वाहिगुरु जी की फतेह। सोरठ महला पंजवा घर दूजा अष्टपदियां एक ओंकार सतगुर प्रसाद पाठ पढ़ियो अर वेद विचारियो निबल भुआंगम साध है पंच जना स्यो संग न छुटक्यो अधिक अहं बुद्ध बंद है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੇ ਰਲ ਮਿਲ ਕੇ ਸਰਵਣ ਕੀਤੇ ਨੇ ਅੱਜ ਦੇ ਪਾਵਨ ਪਵਿੱਤਰ ਮਹਾਫਰਮਾਨ ਅੱਜ ਦੇ ਹੁਕਮਨਾਮਾ ਸਾਹਿਬ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਪਾਤਸ਼ਾਹ ਪੰਚਮ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਰਾਗ ਸੋਰਠ ਹੈ ਔਰ ਅੱਜ ਦੇ ਪਵਿੱਤਰ ਪਾਵਨ ਮਹਾਫਰਮਾਨ ਦਾ ਪਾਵਨ ਸ਼ੁਭ ਅੰਗ ਨੰਬਰ 2 ਸ਼ੁਭ ਅੰਗਾਂ ਉੱਪਰ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਿਰਾਜਮਾਨਤਾ ਹੈ 641 642 ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੀ ਦੇ ਪਵਿੱਤਰ ਅੰਗ ਨੇ ਜਿੱਥੇ ਪਵਿੱਤਰ ਮਹਾਫਰਮਾਨ ਸੁਭਾਇਮਾਨ ਨੇ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਸਾਰੇ ਕਰਮ ਕਾਂਡਾਂ ਦੀ ਬਿਓਰੇ ਸਾਹਿਤ ਵਿਆਖਿਆ ਦੱਸਦੇ ਹੋਏ ਸਾਨੂੰ ਕਿਹਾ ਹੈ ਕਿ ਕਰ ਕਰਕੇ ਸਾਰੇ ਦੇਖ ਲਏ ਥੱਕ ਹਾਰ ਕੇ ਆਖਰ ਫੈਸਲਾ ਇਹੋ ਹੀ ਹੋਇਆ ਕਿ ਇਹਨਾਂ ਕਰਮ ਕਾਂਡਾਂ ਦੇ ਰਾਹੀਂ ਪਰਮਾਤਮਾ ਨਹੀਂ ਮਿਲਿਆ ਜਾ ਸਕਦਾ। ਪਰਮਾਤਮਾ ਮਿਲਦਾ ਹੈ ਸ਼ੁਭ ਕਰਮਨ ਦੇ ਰਾਹੀਂ ਜੋ ਸਤਿਗੁਰ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਗੱਲ ਸਮਝਾ ਦਿੱਤੀ ਹੈ। ਰਹਾਉ ਦੀਆਂ ਮੁਬਾਰਕ ਪੰਕਤੀਆਂ ਨੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਗੱਲ ਇੱਥੇ ਕਰਮ ਕਾਂਡਾਂ ਦੀ ਹੈ। ਕਿਹੜੇ ਕਿਹੜੇ ਕਰਮ ਕਾਂਡ ਜਿਹਦਾ ਜ਼ਿਕਰ ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਵਿਸਤਾਰ ਸਹਿਤ ਕੀਤਾ ਹੈ। पातशाह के दिन आखिर होया कि हार परे स्वामी के द्वारे दीजे बुद्ध विवेका। मैं फिर एक अकाल पुरख एक वाहिगुरु दे द्वारे उपर जाके इहो ही गल मंगी कि
ਮੈਨੂੰ ਵਿਵੇਕ ਬੁੱਧੀ ਦੀ ਬਖਸ਼ਿਸ਼ ਕਰੋ, ਕਿਉਂਕਿ ਵਿਵੇਕ ਬੁੱਧੀ ਦੇ ਰਾਹੀਂ ਹੀ ਨਾਮ ਦੀ ਪ੍ਰਾਪਤੀ ਹੋਏਗੀ। ਵਿਵੇਕ ਬੁੱਧੀ ਦੇ ਰਾਹੀਂ ਹੀ ਸਿਮਰਨ ਦੀ ਸਮਝ ਲੱਗੇਗੀ। ਵਿਵੇਕ ਬੁੱਧੀ ਦੇ ਰਾਹੀਂ ਹੀ ਮਨੁੱਖ ਨੂੰ ਆਪਣੇ ਕਰਮਾਂ ਦੀ ਪਹਿਚਾਣ ਹੋਏਗੀ। ਇਸ ਕਰਕੇ ਵਿਵੇਕ ਬੁੱਧੀ ਜਿਹੜੀ ਸਤਿਗੁਰਾਂ ਨੇ ਅੱਜ ਮੰਗੀ ਹੈ, ਵਿਵੇਕਾ ਹੁੰਦੇ ਨੇ ਜਿਹੜੀ ਇੱਕ ਪਰਖ ਦੀ ਅਵਸਥਾ ਹੁੰਦੀ ਹੈ, ਜਿੱਥੇ ਮਨੁੱਖ ਆਪਣੇ ਆਪ ਨੂੰ ਵੀ ਪਰਖਦਾ ਹੈ। ਕਿਉਂਕਿ ਜ਼ਾਹਿਰ ਤੌਰ ਉੱਪਰ ਪਰਖ ਦੀ ਕਸਵੱਟੀ ਉੱਪਰ ਜਿਹੜੇ ਮਨੁੱਖ ਆਪਣੇ ਆਪ ਨੂੰ ਪਾਉਂਦੇ ਨੇ, ਆਪਣੇ ਆਪ ਨੂੰ ਬਾਰ-ਬਾਰ ਉਹ ਚੈੱਕ ਕਰਦੇ ਨੇ, ਆਪਣੇ ਆਪ ਨੂੰ ਉਹ ਬਾਰ-ਬਾਰ ਟੈਸਟ ਕਰਦੇ ਨੇ। ਜਿਵੇਂ ਕਈ ਪ੍ਰਾਣੀ ਐਸੇ ਹੁੰਦੇ ਨੇ ਜਿਹੜੇ ਅੰਮ੍ਰਿਤ ਪਾਨ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਪਰਖ ਦੀ ਉਸ ਕਸਵੱਟੀ ਉੱਪਰ ਪਾਉਂਦੇ ਨੇ ਕਿ ਕੀ ਮੈਂ ਛਕਣ ਦੇ ਕਾਬਲ ਹੈ ਵੀ। ਫਿਰ ਉਸ ਤਰ੍ਹਾਂ ਦੀਆਂ ਉਹ ਸਾਰੀਆਂ ਕਿਰਿਆਵਾਂ ਕਰਦੇ ਨੇ ਜੋ ਅੰਮ੍ਰਿਤਧਾਰੀ ਦੇ ਜੀਵਨ ਦੇ ਵਿੱਚ ਜ਼ਰੂਰੀ ਨੇ। ਨਿਤਨੇਮ ਦਾ ਕੀਤਾ ਜਾਣਾ, ਅੰਮ੍ਰਿਤ ਵੇਲੇ ਦਾ ਉੱਠਣਾ, ਉਸ ਤੋਂ ਬਾਅਦ ਗੁਰਬਾਣੀ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ। ਤੋ ਇਹ ਇੱਕ ਵਿਚਾਰ ਵਾਲਾ ਨਿਰਣਾ ਹੈ ਜਿਸ ਨੂੰ ਵਿਵੇਕ ਬੁੱਧ ਕਿਹਾ ਜਾਂਦਾ, ਜਿਸ ਦੇ ਵਿੱਚ ਨਿਰਣਾ ਔਰ ਵਿਚਾਰ ਦੋਨੋਂ ਸ਼ਾਮਲ ਹੁੰਦੇ ਨੇ। ਤੋ ਸਤਿਗੁਰ ਕਹਿੰਦੇ ਨੇ ਕਿ ਜਿਸ ਵਕਤ ਮਨੁੱਖ ਇਸ ਕਸਵੱਟੀ ਉੱਪਰ ਆਪਣੇ ਆਪ ਨੂੰ ਪੂਰਾ ਉਤਾਰ ਲੈਂਦਾ, ਭੈਰੋ ਰਾਗ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਫਿਰ ਉਸ ਵਕਤ ਹੁੰਦਾ ਕੀ ਹੈ, ਅਚਿੰਤੋ ਉਪਜਿਓ ਸਗਲ ਵਿਵੇਕਾ। ਇਹ ਫਿਰ ਜਿਹੜੀ ਸੂਝ ਹੈ ਨਾ, ਇਸ ਨੂੰ ਲੈਣ ਦੇ ਲਈ ਫਿਰ ਕਿਸੇ ਸਕੂਲ ਕਾਲਜ ਦੇ ਵਿੱਚ ਨਹੀਂ ਜਾਣਾ ਪੈਂਦਾ। ਇਹ ਫਿਰ ਸੂਝ, ਇਹ ਫਿਰ ਬੂਝ ਆਪਣੇ ਆਪ ਮਨੁੱਖ ਦੇ ਮਨ ਅੰਦਰ ਅੰਤਰ ਭਾਵਨਾ ਦੇ ਨਾਲ ਪੈਦਾ ਹੁੰਦੀ ਹੈ। ਇਸ ਕਰਕੇ ਸੰਸਾਰਕ ਵਿਦਿਆ, ਜਿਹੜੀਆਂ ਸੰਸਾਰਕ ਯੂਨੀਵਰਸਿਟੀ ਤੋਂ ਵਿਦਿਆਵਾਂ ਲਈਆਂ ਜਾਂਦੀਆਂ ਨੇ, ਉਹ ਅੱਖਰਾਂ ਨੂੰ ਪੜ੍ਹਨ ਦੇ ਵਿੱਚ ਸਹਾਇਤਾ ਹੋ ਸਕਦੀਆਂ ਨੇ, ਪਰ ਆਤਮਿਕ ਪੱਖੋਂ ਸੂਝ ਦੇ ਪ੍ਰਤੀ ਸਹਾਈ ਨਹੀਂ ਹੋ ਸਕਦੀਆਂ। ਸਮਝਣ ਦੇ ਲਈ ਬਾਣੀ ਨੂੰ ਮਨੁੱਖ ਦੀ ਆਤਮਿਕ ਸੋਚ ਜਿਹੜੀ ਹੈ ਉਹੀ ਹੀ। ਹੁਣ ਜ਼ਾਹਿਰ ਤੌਰ ਉੱਪਰ ਕਈ ਵਾਰੀ ਕਈ ਪ੍ਰਾਣੀ ਮੈਨੂੰ ਸਵਾਲ ਕਰ ਦਿੰਦੇ ਨੇ, ਕੋਈ ਅੰਮ੍ਰਿਤ ਛਕ ਲਵੇ ਪਰ ਉਹ ਅਨਪੜ੍ਹ ਹੋਵੇ, ਅੱਖਰ ਨਾ ਪੜ੍ਹਨਾ ਜਾਣਦਾ ਹੋਵੇ, ਤਾਂ ਬਾਣੀ ਕਿਵੇਂ ਪੜ੍ਹੇ? ਕਿਉਂਕਿ ਸਤਿਗੁਰਾਂ ਨੇ ਬਾਣੀ ਨੂੰ ਮਨ ਦੇ ਵਿੱਚ ਵਸਾਏ ਜਾਣ ਦਾ ਤਰੀਕਾ ਕੇਵਲ ਪੜ੍ਹਨਾ ਨਹੀਂ ਦੱਸਿਆ, ਪਾਤਸ਼ਾਹ ਨੇ ਸੁਣਨਾ ਵੀ ਦੱਸਿਆ ਹੈ। ਔਰ ਮੈਂ ਕਈ ਐਸੇ ਪ੍ਰਾਣੀ ਦੇਖੇ ਹੈ ਜਿਹੜੇ ਬਿਲਕੁਲ ਸਕੂਲ ਦੇ ਵਿੱਚ ਵੀ ਨਹੀਂ ਗਏ। ਕਈ ਬਜ਼ੁਰਗ ਵੱਡੇ ਮੈਂ ਆਪਣੇ ਵੀ ਦੇਖੇ ਹੈ, ਲੇਕਿਨ ਉਹਨਾਂ ਨੂੰ ਬਾਣੀ ਬਹੁਤ ਕੰਠ ਸੀ। ਸੁਣ ਕੇ ਕੰਠ ਹੋ ਗਈ। ਸੁਣ ਕੇ ਕਿਉਂ ਕੰਠ ਹੋਈ? ਕਿਉਂਕਿ ਸੰਗਤ ਦੇ ਵਿੱਚ ਜਿਸ ਵਕਤ ਗਏ ਤਾਂ ਸੰਗਤ ਦੇ ਵਿੱਚ ਸਮਾ ਜਾਣ ਦੀ ਭਾਵਨਾ ਦੇ ਨਾਲ ਗਏ। ਤੋ ਸਤਿਗੁਰ ਨੇ ਪਹਿਲੀ ਗੱਲ ਉਸ ਬੁੱਧ ਵਿਵੇਕ ਦੀ ਕੀਤੀ ਹੈ ਤਾਂ ਕਿ ਮੈਨੂੰ ਪਤਾ ਲੱਗ ਜਾਵੇ ਹੁਣ ਗੱਲ ਕੀ ਹੈ। ਪੜ੍ਹਨ ਦੀ ਗੱਲ ਹੈ। ਪਾਤਸ਼ਾਹ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪਹਿਲੀ ਗੱਲ, ਕਿਉਂਕਿ ਰਹਾਉ ਦੀ ਮੁਬਾਰਕ ਪੰਕਤੀ ਦੇ ਵਿੱਚ ਸਤਿਗੁਰ ਨੇ ਜੁਗਤ ਤੋਂ ਬਿਨਾਂ ਪਰਮਾਤਮਾ ਨਹੀਂ ਮਿਲੇਗਾ। ਜੁਗਤ ਵਿਵੇਕ ਬੁੱਧੀ ਦੇ ਨਾਲ ਹਾਸਲ ਹੋਏਗੀ। ਵਿਵੇਕ ਬੁੱਧੀ ਮਨੁੱਖ ਆਪਣੇ ਅੰਦਰੋਂ ਆਪ ਜਾਗਰਿਤ ਕਰੇਗਾ, ਆਪਣੇ ਆਪ ਨੂੰ ਟੈਸਟ ਕਰਕੇ ਕਿ ਵਾਕਈ, ਕਿਉਂਕਿ ਹਰ ਘੜੀ ਹਰ ਪਲ ਇੱਕ ਡਿਸੀਜ਼ਨ ਦੀ ਘੜੀ ਹੁੰਦੀ, ਇੱਕ ਫੈਸਲਾ ਕੁਨ ਘੜੀ ਹੁੰਦੀ ਹੈ ਜਿੱਥੇ ਮਨੁੱਖ ਨੇ ਫੈਸਲਾ ਕਰਨਾ ਹੁੰਦਾ। ਜਿਵੇਂ ਕਿਵੇਂ ਕਰਨੀ, ਉਦਾਹਰਨ ਦੇਣ ਦੇ ਲਈ, ਜਿਵੇਂ ਜੂਏ ਘਰ ਦੇ ਵਿੱਚ ਕੋਈ ਜੂਆ ਖੇਡਣ ਲਈ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਫੈਸਲਾ ਕਰਨਾ ਹੋਏਗਾ ਕਿ ਉਹ ਜਾਵੇ ਕਿ ਨਾ ਜਾਵੇ। ਸ਼ਰਾਬੀ ਸ਼ਰਾਬ ਪੀਣ ਦੇ ਵਾਸਤੇ ਪੱਬ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਸ਼ਰਾਬੀ ਨੂੰ ਇਹ ਫੈਸਲਾ ਕਰਨਾ ਹੋਏਗਾ ਕਿ ਉਹ ਪੱਬ ਦੇ ਵਿੱਚ ਜਾਵੇ ਕਿ ਨਾ ਜਾਵੇ। ਇਹ ਫੈਸਲੇ ਦੀ ਘੜੀ ਹੈ। ਹੁਣ ਇੱਥੇ ਕੰਮ ਕਿਹੜੀ ਆਉਂਦੀ? ਇੱਥੇ ਦੋ ਗੱਲਾਂ ਕੰਮ ਆਉਂਦੀਆਂ ਨੇ, ਇੱਕ ਬੁੱਧ ਔਰ ਇੱਕ ਵਿਵੇਕ ਬੁੱਧ। ਮਨੁੱਖ ਦੀ ਆਪਣੀ ਬੁੱਧ ਕਹੇਗੀ ਪਤਾ ਨਹੀਂ ਪਰਮਾਤਮਾ ਹੈ ਕਿ ਨਹੀਂ ਹੈ, ਚਲੇ ਜਾਓ, ਜੋ ਆਨੰਦ ਹੈ ਮਾਣ ਲਓ, ਦੇਖੀ ਜਾਏਗੀ। ਪਰ ਵਿਵੇਕ ਬੁੱਧ ਐਸਾ ਨਹੀਂ ਕਹੇਗੀ। ਤੋ ਫੈਸਲੇ ਦੀ ਘੜੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਉਸ ਕਸਵੱਟੀ ਉੱਪਰ ਉਤਾਰੇਗਾ, ਖਰਾ ਉਹੀ ਨਿਕਲੇਗਾ ਜਿਸ ਦੇ ਪਾਸ ਵਿਵੇਕ ਬੁੱਧ ਹੈ। ਔਰ ਇਹ ਤਾਂ ਦੋ ਐਗਜ਼ਾਮਪਲਸ ਦਿੱਤੀਆਂ, ਉਦਾਹਰਨਾਂ ਦਿੱਤੀਆਂ। ਇਹ ਜ਼ਿੰਦਗੀ ਦੇ ਵਿੱਚ ਅਨੇਕਾਂ ਵਾਰ ਹੁੰਦਾ। ਜਿਵੇਂ ਲੋਕ ਆਮ ਕਹਿੰਦੇ ਨੇ ਕਿ ਦੋ ਮਨ ਆਪਸ 'ਚ ਲੜਦੇ ਨੇ, ਇੱਕ ਕਹਿੰਦਾ ਕਰ ਲਵਾਂ, ਇੱਕ ਕਹਿੰਦਾ ਨਹੀਂ ਕਰਾਂ। ਅਸਲ ਦੇ ਵਿੱਚ ਉਸ ਵਕਤ ਫੈਸਲਾ ਲੈਣ ਦੇ ਲਈ ਮਨੁੱਖ ਆਜ਼ਾਦ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਦੇਖਣਾ ਇਹ ਹੈ ਕਿ ਮਨੁੱਖ ਨੇ ਮਾਇਆ ਜਾਲ ਦੇ ਵਿੱਚੋਂ ਨਿਕਲਣਾ ਹੈ ਜਾਂ ਮਾਇਆ ਜਾਲ ਦੇ ਵਿੱਚ ਫਸਣਾ ਹੈ। ਇਹ ਮਨੁੱਖ ਨੇ ਦੇਖਣਾ ਹੈ। ਪਰਮਾਤਮਾ ਦਾ ਵਿਛਾਇਆ ਹੋਇਆ ਮਾਇਆ ਜਾਲ ਹੈ। ਇਸ ਮਾਇਆ ਜਾਲ ਦੇ ਵਿੱਚ ਫਸਾਉਣ ਲਈ ਹੀ ਸਾਨੂੰ ਪਰਮਾਤਮਾ ਨੇ ਧਰਤੀ ਤੇ ਭੇਜਿਆ ਹੈ। ਔਰ ਇਹੋ ਟੈਸਟ ਦੀ ਘੜੀ ਹੈ, ਇਹੋ ਵਿਵੇਕ ਬੁੱਧੀ ਹੈ, ਇਹੋ ਕਸਵੱਟੀ ਹੈ, ਇਹੋ ਪਰਖ ਹੈ। ਕੌਣ ਨਿਕਲੇਗਾ, ਕੌਣ ਫਸੇਗਾ? ਨਿਕਲ ਗਿਆ ਵਿਵੇਕ ਬੁੱਧ ਵਾਲਾ, ਫਸ ਗਿਆ ਜਿਸ ਦੇ ਕੋਲ ਬੁੱਧ ਨਹੀਂ ਸੀ। ਸਤਿਗੁਰ ਨੇ ਤਾਂ ਹੀ ਕਰਕੇ ਮਤ ਮੰਗੀ ਹੈ, ਸਾ ਮਤ ਦੀਜੇ, ਸਾ ਬੁੱਧ ਦੀਜੇ। ਬਾਰ ਬਾਰ ਗੱਲ ਕਹੀ ਹੈ। ਭਗਤਨ ਕੀ ਮਤ ਹੋਰ ਹੈ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਲਣਾ।
ਉਹਨਾਂ ਦੀ ਜਿਹੜੀ ਚਾਲ ਹੈ, ਹੁਣ ਚਾਲ ਉਹਨਾਂ ਦੀ ਆ ਦੁਨਿਆਵੀ ਚਾਲ ਥੋੜ੍ਹੀ ਹੈ। ਦੁਨਿਆਵੀ ਚਾਲ ਤੇ ਹੋ ਸਕਦਾ ਕਿਉਂਕਿ ਦੋ ਪੈਰਾਂ ਨਾਲ ਹਰ ਕੋਈ ਚੱਲ ਰਿਹਾ, ਇੱਕੋ ਜਿਹੀ ਹੈ, ਲੇਕਿਨ ਭਗਤਾਂ ਦੀ ਕਿਹੜੀ ਚਾਲ? ਜਿਸ ਵਕਤ ਲੋਕ ਡਿਸਕੋ ਡਾਂਸ ਕਰਕੇ ਸ਼ਰਾਬਾਂ ਪੀ ਕੇ ਸੌਣ ਜਾ ਰਹੇ ਹੁੰਦੇ ਨੇ, ਭਗਤ ਉਸ ਵਕਤ ਉੱਠ ਪੈਂਦੇ ਨੇ, ਜਾਗ ਪੈਂਦੇ ਨੇ। ਇੰਟਾਇਰਲੀ ਬਿਲਕੁਲ ਹੀ ਡਿਫਰੈਂਟ। ਜਦੋਂ ਲੋਕ ਸੌਣ ਦੀ ਤਿਆਰੀ ਕਰ ਰਹੇ ਨੇ, ਭਗਤ ਉਸ ਵਕਤ ਜਾਗ ਰਹੇ ਨੇ, ਉਹਨਾਂ ਦਾ ਅੰਮ੍ਰਿਤ ਵੇਲਾ ਜਾਗਣ ਦਾ। ਤੋ ਜਿਹੜੇ ਸੌਣ ਦੀ ਤਿਆਰੀ ਉਸ ਵਕਤ ਕਰ ਰਹੇ ਨੇ ਜਦੋਂ ਜਾਗਣ ਦਾ ਵੇਲਾ, ਤਾਂ ਕਿਵੇਂ ਕਰਨੀ? ਉਹ ਸਾਰੀ ਜ਼ਿੰਦਗੀ ਫਿਰ ਆਤਮਿਕ ਪੱਖੋਂ, ਸੋਚ ਪੱਖੋਂ ਸੁੱਤੇ ਹੀ ਰਹਿੰਦੇ ਨੇ। ਵਿਵੇਕ ਬੁੱਧ ਹਾਸਲ ਨਹੀਂ ਹੋ ਸਕਦੀ। ਤਾਂ ਪਾਤਸ਼ਾਹ ਕਹਿੰਦੇ ਨੇ ਕਰਨਾ ਕੀ ਹੈ? ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਵਿਚਾਰ ਕੇ ਦੇਖ ਲਏ, ਪਾਠ ਪੜ੍ਹ ਕੇ ਦੇਖ ਲਏ। ਪਾਤਸ਼ਾਹ ਹੁਣ ਇੱਕ ਸਾਨੂੰ ਫੈਸਲਾ ਦੇ ਰਹੇ ਨੇ, ਤੱਤ ਕੱਢ ਰਹੇ ਨੇ, ਕਿਉਂਕਿ ਗੁਰਮਤ, ਗੁਰ ਸਿਧਾਂਤ, ਗੁਰਬਾਣੀ ਦੇ ਵਿੱਚ ਤੱਤ ਹੈ ਜੋ ਸਤਿਗੁਰਾਂ ਨੇ ਜ਼ਿੰਦਗੀ ਦੇ ਆਪਣੇ ਤਜਰਬੇ ਦੇ ਵਿੱਚੋਂ ਤੱਤ ਕੱਢ ਕੇ ਸਾਨੂੰ ਦੇ ਦਿੱਤੇ ਨੇ। ਔਰ ਉਹਨਾਂ ਤੱਤਾਂ ਨੂੰ ਹੁਣ ਕਿਵੇਂ ਕਰਨੀ? ਜੇ ਮਨੁੱਖ ਨੇ ਮੱਖਣ ਖਾਣਾ ਹੋਵੇ, ਪਹਿਲਾਂ ਉਹਨੂੰ ਦੁੱਧ ਲਿਆਉਣਾ ਪੈਂਦਾ, ਫਿਰ ਉਹਨੂੰ ਰਿੜਕਣਾ ਪੈਂਦਾ, ਫਿਰ ਕਈ ਯਤਨ ਕਰਨੇ ਪੈਂਦੇ। ਜੇ ਉਹਨੂੰ ਬਣਿਆ ਬਣਾਇਆ ਮੱਖਣ ਮਿਲ ਜਾਏ ਤਾਂ ਵੀ ਉਸ ਨੂੰ ਖਾਣ ਦੇ ਵਿੱਚ ਇਤਰਾਜ਼ ਹੈ। ਸਤਿਗੁਰ ਨੇ ਸਾਨੂੰ ਬਣੇ ਬਣਾਏ ਤੱਤ ਕੱਢ ਕੇ ਦੇ ਦਿੱਤੇ ਕਿ ਆਹ ਦੇਖ ਲਓ, ਆਹ ਹੋ ਰਿਹਾ ਜੇ, ਆਹ ਮੈਂ ਕਰਕੇ ਦੇਖ ਲਿਆ, ਜ਼ਿੰਦਗੀ ਦਾ ਤਜਰਬਾ ਹੈ। ਪਾਠ ਪੜ੍ਹ ਕੇ ਦੇਖ ਲਿਆ, ਕਾਹਦਾ? ਵੇਦ ਦਾ। ਵਿਚਾਰ ਕੇ ਵੀ ਦੇਖ ਲਿਆ। ਔਰ ਕੀਤਾ ਕਿ ਨਿਵਲ ਭੁਯੰਗਮ ਸਾਧੇ। ਨਿਵਲ ਔਰ ਭੁਯੰਗਮ ਇਹ ਦੋ ਕਿਰਿਆਵਾਂ ਨੇ। ਨਿਵਲ ਜਿਹੜੀ ਕਿਰਿਆ ਹੈ ਨਾ, ਇਸ ਦਾ ਜ਼ਿਕਰ ਸਤਿਗੁਰ ਨੇ ਸੁਖਮਨੀ ਸਾਹਿਬ ਦੇ ਵਿੱਚ ਵੀ ਕੀਤਾ। ਨਿਉਲੀ, ਉੱਥੇ ਪਾਤਸ਼ਾਹ ਨੇ ਨਿਉਲੀ ਲਿਖਿਆ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੇ, ਤੋਂ ਵੀ ਹਉਮੈ ਮੈਲ ਨਾ ਜਾਵੇ। ਗੱਲ ਹਉਮੈ ਦੇ ਮੈਲ ਦੀ ਗਵਾਣ ਦੀ ਹੈ। ਜੈਨ ਜਿਹੜਾ ਧਰਮ ਹੈ ਉਸ ਦਾ ਜ਼ਿਕਰ ਸਤਿਗੁਰ ਨੇ ਸਪਸ਼ਟ ਰੂਪ ਦੇ ਵਿੱਚ ਕਰ ਦਿੱਤਾ ਹੈ। ਜਿਹੜੇ ਨਿਮਕ ਨਿਮਕ ਕਰਕੇ ਆਪਣੇ ਵਾਲ ਜਿਹੜੇ ਨੇ ਚੁਣ ਚੁਣ ਕੇ ਕੱਢਦੇ ਨੇ, ਸਤਿਗੁਰ ਕਹਿੰਦੇ ਨੇ ਫਾਇਦਾ ਕੀ ਹੋਇਆ? ਹਉਮੈ ਦੀ ਮੈਲ ਤਾਂ ਫਿਰ ਵੀ ਨਾ ਗਈ। ਹੁਣ ਨਿਉਲੀ ਇੱਕ ਐਸਾ ਆਸਨ ਹੁੰਦਾ ਹੈ ਯੋਗਾ ਦੇ ਵਿੱਚ ਜਿਹੜਾ ਭੁੱਖੇ ਪੇਟ ਕੀਤਾ ਜਾਂਦਾ ਖਲੋ ਕੇ। ਇਹਦੇ ਵਿੱਚ ਕੀ ਹੁੰਦਾ ਕਿ ਆਪਣੇ ਦੋਨਾਂ ਹੱਥਾਂ ਦੇ ਨਾਲ ਆਪਣੇ ਗੋਡੇ ਪਕੜ ਲਏ ਜਾਂਦੇ ਨੇ, ਸਾਹ ਬਾਹਰ ਵੱਲ ਨੂੰ ਖਿੱਚ ਲਿਆ ਜਾਂਦਾ ਹੈ, ਤੇ ਫਿਰ ਉਸ ਗੋਡਿਆਂ ਨੂੰ ਹਿਲਾਇਆ ਜਾਂਦਾ, ਅੰਦਰ ਪੇਟ ਦੀਆਂ ਆਂਤੜੀਆਂ ਹਿਲਦੀਆਂ ਨੇ, ਆਂਦਰਾਂ ਨੂੰ ਭੁਆਇਆ ਜਾਂਦਾ, ਯਾਨੀ ਕਿ ਘੁਮਾਇਆ ਜਾਂਦਾ। ਇਸ ਨਾਲ ਪੇਟ ਦੀਆਂ ਅੰਦਰਲੀਆਂ ਜਿਹੜੀਆਂ ਆਂਤੜੀਆਂ ਨੇ ਉਹ ਸਾਫ਼ ਹੋ ਜਾਂਦੀਆਂ ਨੇ। ਇਸ ਆਸਨ ਦੇ ਨਾਲ ਕਬਜ਼ ਕਦੀ ਨਹੀਂ ਹੁੰਦੀ। ਹੁਣ ਆਸਨ ਕਰ ਲੈਣ ਦੀ ਮਨਾਹੀ ਨਹੀਂ ਹੈ, ਠੀਕ ਹੈ, ਨਿਉਲੀ ਕਰਮ ਕੀਤਾ, ਉਹਨੇ ਆਸਨ ਕੀਤਾ, ਖਾਲੀ ਪੇਟ ਕੀਤਾ, ਲੇਕਿਨ ਪਾਤਸ਼ਾਹ ਕਹਿੰਦੇ ਨੇ ਕਿ ਇਸ ਆਸਨ ਕਰਨ ਦੇ ਨਾਲ ਪਰਮਾਤਮਾ ਨਹੀਂ ਮਿਲੇਗਾ। ਪੇਟ ਜ਼ਰੂਰ ਸਾਫ਼ ਹੋ ਗਿਆ ਤੁਹਾਡਾ, ਪਰਮਾਤਮਾ ਅਕਾਲ ਪੁਰਖ ਕੇਵਲ ਇੱਕ ਨਾਮ ਦੀ ਸਿਮਰਨਾ ਦੇ ਨਾਲ ਮਿਲੇਗਾ। ਹੁਣ ਜਿਹੜਾ ਇਹ ਆਸਨ ਕਰ ਰਿਹਾ ਉਹ ਦਾਅਵਾ ਕਰਦਾ ਕਿ ਮੈਂ 150 ਸਾਲ ਜੀਵਾਂਗਾ, ਉਹ ਸਰੇਆਮ ਕਹਿੰਦਾ। ਤੇ ਸਤਿਗੁਰ ਕਹਿੰਦੇ ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ। ਹੁਣ ਸਰਪ ਦੀ ਜੋਨ ਵੀ ਤਾਂ ਬਹੁਤ ਵੱਡੀ ਹੈ, ਸਰਪ ਜੋਨ ਅਰਜਾਰੀ ਕਿੰਨੀ ਹੈ ਉਹਦੀ, ਲੇਕਿਨ ਫਾਇਦਾ ਕੀ ਹੈ? ਜੇ ਇੰਨੀ ਵੱਡੀ ਆਯੂ ਕਰ ਵੀ ਲਈ ਪਰ ਸਿਮਰਨਾ ਜਾਂ ਨਾਮ ਨਾ ਮਿਲਿਆ ਤਾਂ ਫਿਰ ਕੀ ਫਾਇਦਾ ਹੋਇਆ? ਆਯੂ ਦੇ ਵੱਡੇ ਹੋਣ ਦੇ ਨਾਲ ਮਨੁੱਖ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਆਯੂ ਭਾਵੇਂ ਜਿੰਨੀ ਮਰਜ਼ੀ ਹੋਵੇ, 5-6 ਵਰੀ ਦੀ ਆਯੂ ਦੇ ਵਿੱਚ ਵੀ, ਉਮਰ ਦੇ ਵਿੱਚ ਵੀ ਸਤਿਗੁਰਾਂ ਨੇ ਉਹ ਕਰਮ ਕੀਤੇ ਜੋ ਇੱਕ ਗੁਰੂ ਬਣ ਕੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਛੋਟੀ ਛੋਟੀ ਉਮਰ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕਿੱਡਾ ਵੱਡਾ ਫੈਸਲਾ ਕਰ ਰਹੇ ਨੇ। ਬਾਬਾ ਬਕਾਲੇ ਇੱਕ ਸ਼ਬਦ ਉਹਨਾਂ ਦੀ ਮੁਬਾਰਕ ਜ਼ੁਬਾਨ ਤੋਂ ਨਿਕਲਿਆ ਔਰ ਉਹ ਹਿੰਦੁਸਤਾਨ ਨੂੰ ਬਚਾ ਗਿਆ। ਬਾਬਾ ਬਕਾਲੇ ਨੇ ਸਾਰਾ ਹਿੰਦੁਸਤਾਨ ਬਚਾ ਦਿੱਤਾ। ਇੱਕ ਸ਼ਬਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਬਾਰਕ ਜ਼ੁਬਾਨ ਤੋਂ ਨਿਕਲਿਆ ਕਿ ਇੱਕ ਮੁਬਾਰਕ ਸ਼ਖਸੀਅਤ ਦੀ ਲੋੜ, ਸਤਿਗੁਰੂ ਸ਼ਖਸੀਅਤ ਤੁਸੀਂ ਹੋ, ਜਾਓ। ਇੱਕ ਸ਼ਬਦ ਨੇ ਹਿੰਦੁਸਤਾਨ ਨੂੰ ਬਚਾ ਦਿੱਤਾ। ਔਰ ਇਹ ਸ਼ਬਦ ਨਿਕਲ ਰਹੇ ਨੇ ਉਹਨਾਂ ਬਾਲਕਾਂ ਦੇ ਜਿਨ੍ਹਾਂ ਨੂੰ ਲੋਕ ਜਾਦੂਨਾਥ ਸਰਕਾਰ ਵਾਲਾ ਕਹਿੰਦਾ। ਜਾਦੂਨਾਥ ਸਰਕਾਰ ਨਾਮ ਦਾ ਇੱਕ ਇਤਿਹਾਸਕਾਰ ਹੋਇਆ ਜਿਹਨੇ, ਕਿਉਂਕਿ ਸਾਡਾ ਇਤਿਹਾਸ ਸਾਰਾ ਗੈਰ ਸਿੱਖਾਂ ਨੇ ਲਿਖਿਆ, ਤਰੋੜਿਆ ਮਰੋੜਿਆ, ਤੇ ਜਿਹੜੇ ਸਿੱਖਾਂ ਨੇ ਵੀ ਲਿਖਿਆ ਉਹ ਭੇਖੀ ਸਿੱਖ ਨੇ, ਉਹਨਾਂ ਨੇ ਵੀ ਤਰੋੜਿਆ ਮਰੋੜਿਆ, ਹਰ ਪਾਸੋਂ ਹੀ ਤਰੋੜਿਆ ਮਰੋੜਿਆ। ਕੱਲ੍ਹ ਵੀ ਮੈਂ ਗੱਲ ਕਰ ਰਿਹਾ ਸੀਗਾ ਇੱਕ ਜਗ੍ਹਾ ਦੇ ਉੱਤੇ ਕਿ ਸਾਡੀ ਇਹ ਤਰਾਸਦੀ ਰਹੀ ਹੈ ਕਿ ਜੰਗਾਂ ਜੂਦਾਂ ਦੇ ਵਿੱਚ ਅਸੀਂ 18ਵੀਂ 19ਵੀਂ ਸਦੀ ਦੇ ਵਿੱਚ, ਖਿਮਾ ਕਰਨੀ 17ਵੀਂ 18ਵੀਂ ਸਦੀ ਦੇ ਵਿੱਚ ਅਸੀਂ ਜੰਗਾਂ ਜੂਦਾਂ ਦੇ ਵਿੱਚ ਰਹੇ। ਜੰਗਾਂ ਜੂਦਾਂ ਦੇ ਵਿੱਚ ਰਹਿਣ ਦੇ ਕਾਰਨ ਅਸੀਂ ਆਪਣਾ ਇਤਿਹਾਸ ਆਪ ਨਹੀਂ ਲਿਖ ਸਕੇ, ਕਿਉਂਕਿ ਜੰਗਾਂ ਜੂਦਾਂ ਦੇ ਵਿੱਚ ਵਿਅਸਤ ਸੀ, ਬਿਜੀ ਸੀਗੇ। ਫਿਰ ਉਸ ਤੋਂ ਬਾਅਦ ਜਦੋਂ ਇਤਿਹਾਸ ਲਿਖਣ ਦੀ ਵਾਰੀ ਆਈ, ਅਸੀਂ ਆਪਸੀ ਜੰਗਾਂ ਜੂਦਾਂ ਦੇ ਵਿੱਚ ਬਿਜੀ ਹੋ ਗਏ, ਔਰ ਆਪਸੀ ਜੰਗਾਂ ਜੂਦਾਂ ਦੇ ਵਿੱਚ ਹੁਣ ਵੀ ਬਿਜੀ ਹਾਂ। ਇਸ ਕਰਕੇ ਹੋਇਆ ਕਿ ਗੈਰ ਸਿੱਖਾਂ ਨੇ ਇਤਿਹਾਸ ਲਿਖਿਆ ਔਰ ਸਾਰਾ ਬੇੜਾ ਹੀ ਗਰਕ ਕਰ ਦਿੱਤਾ। ਖਿਮਾ ਕਰਨੀ
ਹੁਣ ਜਾਦੂਨਾਥ ਸਰਕਾਰ ਕਹਿੰਦਾ ਕਿ ਸਿੱਖ ਜਿਹੜੀ ਹੈ ਉਹ ਸ਼ਖਸੀਅਤ, ਸਿੱਖ ਕੌਮ ਜਿਹੜੀ ਹੈ ਸ਼ਖਸੀਅਤਾਂ ਦਾ ਸ਼ਿਕਾਰ ਹੋ ਗਈ ਜਦੋਂ ਉਹਨਾਂ ਨੇ 7 ਵਰੇ ਦੇ ਤੇ 9 ਵਰੇ ਦੇ ਬਾਲਕਾਂ ਨੂੰ ਗੁਰੂ ਮੰਨ ਲਿਆ। ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ, ਕਿਉਂਕਿ ਕਈ ਵਾਰੀ ਮਨੁੱਖ ਨੂੰ ਗੁਰਮਤ ਦੀ ਕਸਵੱਟੀ ਤੋਂ ਬਿਨਾਂ ਵੀ ਗੱਲ ਸਮਝ ਨਹੀਂ ਲੱਗਦੀ। ਇਸ ਕਰਕੇ ਹੀ ਮੈਂ ਬੇਨਤੀ ਕਰਿਆ ਕਰਦਾ ਕਿ ਜਿਹੜੀ ਵੀ ਚੀਜ਼ ਅਪਣਾਓ, ਜਿਹੜੀ ਵੀ ਚੀਜ਼ ਲਿਖੋ, ਉਹਨੂੰ ਗੁਰਮਤ ਦੀ ਕਸਵੱਟੀ ਤੇ ਤੋਲ ਲਓ। ਜਿਹੜਾ ਵੀ ਸਿਧਾਂਤ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਅਪਣਾਉਣਾ, ਭਾਵੇਂ ਉਹ ਭਗਤੀ ਦੀ ਭਾਵਨਾ ਦਾ ਹੈ, ਨਾਮ ਸਿਮਰਨ ਦਾ, ਦੇਖੋ ਕਸਵੱਟੀ ਕਿਹੜੀ ਹੈ। ਸਾਡੇ ਪਾਸ ਸਤਿਗੁਰਾਂ ਨੇ ਨਾਮ ਦੀ, ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਉੱਪਰ ਇੱਕ ਕਸਵੱਟੀ ਦੇ ਦਿੱਤੀ ਹੈ, ਇੱਕ ਤਰਾਜੂ ਹੈ ਸਾਡੇ ਪਾਸ, ਇੱਕ ਥਾਲ ਹੈ ਸਾਡੇ ਪਾਸ। ਜੇ ਫਿਰ ਵੀ ਸੋਚ ਜਾਗਰਤ ਨਹੀਂ ਹੋ ਸਕੀ, ਜੇ ਫਿਰ ਵੀ ਸੁੱਤੇ ਪਏ ਹਾਂ, ਤਾਂ ਫਿਰ ਸੁੱਤੇ ਹੀ ਰਹਾਂਗੇ। ਤਾਂ ਸਤਿਗੁਰ ਨੇ ਪਹਿਲੀ ਗੱਲ ਕੀਤੀ ਨਿਉਲੀ ਦੀ, ਦੂਸਰੀ ਗੱਲ ਨਵਲ ਦੀ, ਦੂਸਰੀ ਗੱਲ ਭਿਉਂਗਮ ਦੀ। ਹੁਣ ਭਿਉਂਗਮ ਕੀ ਹੈ? ਭਿਉਂਗਮ ਵੀ ਇਹ ਭੁਜੰਗਮ ਵੀ ਕਹਿੰਦਾ, ਇਹਨੂੰ ਭੁਜੰਗ ਵੀ ਕਿਹਾ ਜਾਂਦਾ, ਔਰ ਇਹ ਸਰਪਣੀ ਵਾਂਗੂ ਹੁੰਦਾ। ਸੱਪ ਜਿੱਦਾਂ ਗੋਲ ਮਟੋਲ ਹੁੰਦਾ ਨਾ, ਜਿੱਦਾਂ ਟੋਕਰੀ ਵਿੱਚ ਪਿਆ ਗੋਲ 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 ਗੋਲ, ਇਸ ਤਰ੍ਹਾਂ ਹੀ ਇਹ ਜਿਹੜੀ ਨਾੜੀ ਹੈ ਨਾ, ਇਹ ਅੰਦਰ ਗੋਲ ਹੁੰਦੀ ਹੈ, ਪਿੱਠ ਦੀ ਇੱਕ ਕੰਗਰੋੜ ਦੇ ਨਾਲ ਚੱਲਦੀ ਹੈ, ਜਿਹਨੂੰ ਕੁੰਡਲਨੀ ਨਾੜੀ ਵੀ ਕਿਹਾ ਜਾਂਦਾ, ਜਿਹਦੇ ਨਾਲ ਕੁੰਡਲੀ ਵੀ ਜਗਾਈ ਜਾਂਦੀ ਹੈ, ਜਿਸ ਦੀ ਸ਼ਕਲ ਬਿਲਕੁਲ ਸਰਪਣੀ ਵਰਗੀ ਹੁੰਦੀ ਹੈ। ਇਸ ਕਰਕੇ ਇਹਨੂੰ ਭੁਜੰਗ, ਜਿਹੜਾ ਇਹ ਸ਼ਬਦ ਹੈ ਨਾ ਭੁਜੰਗਮ, ਇਹ ਭੁਜੰਗ ਤੋਂ ਹੀ ਬਣਿਆ। ਤਾਂ ਜਿਹੜਾ ਸਤਿਗੁਰ ਨੇ ਭੁਜੰਗ ਪ੍ਰਿਆਦ ਛੰਦ ਵੀ ਲਿਖਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਹ ਵੀ ਸਰਪਣੀ ਦਾ ਹੀ। ਤਾਂ ਇਹ ਸਰਪ ਦੀ ਇੱਕ ਸ਼ਕਲ ਦਾ ਹੈ। ਤਾਂ ਇਹਦੇ ਰਾਹੀਂ ਜਿਹੜੇ ਯੋਗੀ ਲੋਕ ਨੇ ਨਾ, ਉਹ ਆਪਣੇ ਸਵਾਸ ਉੱਪਰ ਚੜਾਉਂਦੇ ਨੇ। ਤਾਂ ਸਤਿਗੁਰ ਕਹਿੰਦੇ ਨੇ ਇਹ ਹੈ ਤੇ ਕਰਮ ਕਾਂਡ ਹੀ ਨਾ। ਜੇ ਕਰ ਵੀ ਲਿਆ, ਸਾਧ ਵੀ ਲਿਆ, ਤੇ ਫਿਰ ਹੋਇਆ ਕੀ ਉਹ ਵਿਅਕਤੀ ਪੰਜ ਜਨਾਂ ਸੋ ਸੰਗ ਨਾ ਛੁਟਕੇ ਉਹ ਅਧਿਕ ਅਹਮ ਬੰਦਬਾਦੇ। ਹੁਣ ਉਹ ਲੋਕ ਦਾਅਵਾ ਕਰਦੇ ਨੇ ਜੀ ਅਸੀਂ ਗ੍ਰਸਤ ਨਹੀਂ ਅਪਣਾਇਆ ਜੀ, ਅਸੀਂ ਜਿਹੜੇ ਕਾਮ ਦੇ ਵਿੱਚ ਨਹੀਂ ਪਏ ਜੀ, ਅਸੀਂ ਆਹ ਨਹੀਂ ਕੀਤਾ ਜੀ। ਤੇ ਜਿਹੜੇ ਬਾਕੀ ਨੇ, ਇੰਨੇ ਪੈਸੇ, ਇੰਨੀ ਮਾਇਆ ਇਕੱਠੀ ਕਰਦੇ ਫਿਰਦੇ ਹੋ, ਇਹਨਾਂ ਲੋਕਾਂ ਨੂੰ ਗੁੰਮਰਾਹ ਕਰਦੇ ਫਿਰਦੇ ਹੋ, ਕੀ ਸਿਰਫ ਕਾਮ ਦਾ ਤਿਆਗਣਾ ਹੀ ਬਾਕੀ ਦੇ ਜਿਹੜੇ ਚਾਰਾਂ ਦੇ ਤਿਆਗ ਦੇਣ ਦੇ ਬਰਾਬਰ ਹੈ? ਸਤਿਗੁਰ ਨੇ ਸਾਰਿਆਂ ਦੇ ਤਿਆਗ ਦੀ ਗੱਲ ਕੀਤੀ ਹੈ, ਕੇਵਲ ਇੱਕ ਦੇ ਤਿਆਗ ਦੀ ਗੱਲ ਨਹੀਂ ਕੀਤੀ ਹੈ। ਪੰਜ ਜਨਾਂ ਭਾਵ ਇਹ ਜਿਹੜੇ ਸਾਰੇ ਸਨ, ਪੰਜ ਵੈਰੀ ਜਿਹੜੇ ਮਨੁੱਖ ਦੇ ਆਮ ਹੈਗੇ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਜਿਹੜੇ ਨੇ ਨਾ, ਇਹਨਾਂ ਨੇ ਸੰਗ ਛੱਡਿਆ ਨਹੀਂ। ਅਧਿਕ ਅਹਮ ਬਦਬਾਦੇ। ਹੁਣ ਹੋਇਆ ਕੀ? ਬਾਦੇ ਭਾਵ ਵੱਜ ਗਏ, ਸਗੋਂ ਅਹਮਦ ਅਹੰਕਾਰ ਦੇ ਵਿੱਚ ਵੱਧ ਗਏ, ਅਧਿਕ ਵੱਧ। ਤਾਂ ਕੋਈ ਮਨੁੱਖ ਵੇਦ ਦੀਆਂ ਪੁਸਤਕਾਂ ਪੜ੍ਹ ਲਵੇ, ਕੋਈ ਉਹਦੇ ਤੇ ਵਿਚਾਰ ਕਰਕੇ ਦੇਖ ਲਵੇ, ਮਨੁੱਖ ਨਿਉਲੀ ਕਰਮ ਕਰਕੇ ਦੇਖ ਲਵੇ, ਕੁੰਡਲੀ ਨਾੜੀ ਦੇ ਰਸਤੇ ਪ੍ਰਾਣ ਚੜਾ ਕੇ ਦੇਖ ਲਵੇ, ਇਹਨਾਂ ਸਾਧਨਾਂ ਦੇ ਨਾਲ ਪੰਜਾਂ ਦਾ ਸਾਥ ਨਹੀਂ ਛੁੱਟਦਾ। ਇਸ ਕਰਕੇ ਇਹ ਜਿਹੜੇ ਲੋਕ ਨੇ, ਜਿੰਨੇ ਇਹ ਅਹੰਕਾਰੀ ਹੋ ਜਾਂਦੇ ਨੇ, ਇਹ ਅਹੰਕਾਰ ਦੀਆਂ ਨਿਸ਼ਾਨੀਆਂ ਨੇ। ਫਿਰ ਆਪਣੇ ਆਪ ਨੂੰ ਅਹੰਕਾਰੀ ਹੋ ਕੇ ਕਹਿੰਦੇ ਨੇ ਸਾਡੇ ਪਿੱਛੇ ਇੰਨੀਆਂ ਬਾਹਾਂ ਨੇ, ਅਸੀਂ ਤਖਤ ਹਿਲਾ ਦਿਆਂਗੇ। ਤੇ ਜਦੋਂ ਤਖਤ ਹਿਲਾਉਣ ਦੀ ਵਾਰੀ ਆਉਂਦੀ ਹੈ ਤਾਂ ਫਿਰ ਇੱਕ ਗੈਸ ਦਾ ਗੋਲਾ ਪੈਂਦਾ ਤੇ ਇਸਤਰੀਆਂ ਵਾਲੇ ਕੱਪੜੇ ਪਾ ਕੇ ਵੀ ਨੱਸਣ ਦੀ ਕੋਸ਼ਿਸ਼ ਕਰਦੇ ਆ। ਆਖਰ ਅਹੰਕਾਰ ਜਿਹੜਾ ਹੈ ਨਾ, ਇਹ ਕਿਸੇ ਕਦ ਵੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਤਿਆਗਿਆ ਜਾ ਸਕਦਾ, ਜਿੰਨੀ ਦੇਰ ਤੱਕ ਨਾਮ ਸਿਮਰਨਾ ਨਹੀਂ ਹੈ। तो सतगुर कहते प्यारे इन विद मिलन न जाई, मैं किए कर्म ने का। पातशाह कहते मैं भी करके देख ले। हार पर्यो स्वामी के द्वारे दीजे बुद्ध विवेक। गल स्पष्ट हो गई। हुण पातशाह कहते ने पहली गल सतगुर ने न्योली भुजंगम दी कीती है, दूसरी पातशाह ने कीती मौन पयो करपाती रहो नगन फिरो बन माही। ये भी सारे कर्म कांडी ने। मौन वर्त रखते ने लोग, चुप चुपीते अपने आप नूं जुबान नहीं हिलांदे। मैं शायद आप जी नूं अगे भी एक गल सुनाई सी, जिस वक्त मैं हिंदू हाई स्कूल सोनीपत पढ़िया करदा सी ते साडा एक स्काउट्स दा टीचर सी खुशदिल। नाम तो जरूर खुशदिल सी पर है बड़ा सख्त सी, करड़ा सी, पूरा पंडित सी। तो एक दिन साडे स्काउट्स दा कैंप लगा ते उस दिन उसने वर्त रखिया होया सी, मौन वर्त। हुण मौन वर्त तां उसने रखिया होया पर सारा दिन ही इशारियां दे नाल किसे नूं थप्पड़ दिखा रिहा सी, किसी नूं हथ बाकी दा एक उंगल कढ़ के हथ हिला के उंगलां दिखा रहा सी, किसी नूं मुक्का दिखा रहा सी, किसी नूं किसी तरीके यानी कि पूरे इशारे करके अपनी गल समझा रहा सी। तो शाम के वक्त कैंप फायर हुंदा सी ते मैं उसनूं कह दित्ता, मैं कि मास्टर जी असीं उन्हां नूं क्या करदे सी, मैं मास्टर जी माफ़ करना तुसीं रखिया, क्योंकि असीं सीनियर स्टूडेंट सीगे 10वीं 11वीं क्लास ते कोई 10वीं तक ही स्कूल सीगा ते छोटे बच्चों ते फिर वड्डे बच्चों ते फिर थोड़ा घट गुस्से हुंदे सी। तो मैं कहा भी तुसीं सारा दिन तां बोलदे रहे। ਜਦੋਂ ਉਹਨੇ ਵਰਤ ਤੋੜਿਆ ਫਿਰ ਮੇਰੇ ਕੋਲ ਆ ਕੇ ਕਹਿਣ ਲੱਗਾ ਮੈਂ ਕਦੋਂ ਬੋਲਿਆ। ਮੈਂ ਕਿਹਾ ਜੀ ਆਹ ਜਿਹੜੇ ਇਸ਼ਾਰੇ ਕਰਦੇ ਪਏ ਸੀਗੇ, ਇਸ਼ਾਰੇ ਨਾਲ ਗੱਲ ਸਮਝਾ ਰਹੇ ਸੀਗੇ, ਇਹ ਬੋਲਣਾ ਨਹੀਂ ਤੇ ਹੋਰ ਕੀ ਹੈ। ਮੌਨ ਵਰਤ ਰੱਖਣ ਦਾ ਫਾਇਦਾ ਕੀ ਹੋਇਆ ਤੁਹਾਡੇ?
ਗੱਲ ਤਾਂ ਤੁਸੀਂ ਸਾਰੀ ਆਪਣੀ ਸਮਝਾ ਰਹੇ ਸੀ ਤੇ ਫਿਰ ਬੋਲ ਕੇ ਹੀ ਸਮਝਾ ਦਿੰਦੇ। ਤੁਸੀਂ ਕਿਸੇ ਨੂੰ ਥੱਪੜ ਦਿਖਾ ਰਹੇ ਸੀ, ਕਿਸੇ ਨੂੰ ਮੁੱਕਾ ਦਿਖਾ ਰਹੇ ਸੀ, ਕਿਸੇ ਨੂੰ ਉਂਗਲ ਦਿਖਾ ਰਹੇ ਸੀ, ਕਿਸੇ ਨੂੰ ਕੁਝ ਕਰ ਰਹੇ ਸੀ, ਕਿਸੇ ਨੂੰ ਸੱਜੇ ਵੱਲ ਇਸ਼ਾਰਾ ਕਰ ਰਹੇ ਸੀ, ਉਧਰ ਭੱਜ ਕੇ ਜਾ ਕਿਸੇ ਨੂੰ ਖੱਬੇ ਵੱਲ, ਤੇ ਬੋਲ ਕੇ ਹੀ ਇਹ ਗੱਲਾਂ ਕਹਿ ਦਿੰਦੇ। ਉਹ 'ਚ ਕੀ ਫਿਰ ਮੌਨ ਵਰਤ ਰੱਖਣ ਦਾ ਕੀ ਹੈ? ਖੈਰ ਉਹ ਗੱਲ ਸਮਝ ਗਿਆ, ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਹ ਗੱਲ ਸਮਝ ਗਿਆ। ਤੋ ਮੋਨ ਪਇਓ ਕਰਪਾਤੀ ਰਿਓ। ਕਰਪਾਤੀ ਕਹਿੰਦੇ ਨੇ ਆ ਜਿਹੜੀਆਂ ਬੁੱਕਾਂ ਦੇ ਵਿੱਚ ਨਾ ਪਹਿਲੇ ਲੋਕ ਹੁੰਦੇ ਸਨ, ਬਾਅਦ ਦੇ ਵਿੱਚ ਤੇ ਕਰਪਾਤੀ ਨਾਮ ਦਾ ਇੱਕ ਭਾਂਡਾ ਵੀ ਬਣ ਗਿਆ ਨਾ, ਜਿਹੜੇ ਬੁੱਕਾਂ ਨੂੰ ਆਪਣਾ ਬੁੱਕਾਂ ਨਾਲ ਹੀ ਪਾਣੀ ਪੀਂਦੇ ਸੀਗੇ, ਦੋਨੋਂ ਹੱਥ ਮਿਲਾ ਕੇ ਤੇ ਭਾਂਡਾ ਟਾਈਪ ਬਣਾ ਲੈਂਦੇ ਸੀ ਬੁੱਕ ਨੂੰ। ਤੇ ਕਰ ਕਹਿੰਦੇ ਨੇ ਹੱਥ ਨੂੰ, ਤੇ ਪਾਤਰ ਕਹਿੰਦੇ ਨੇ ਭਾਂਡਾ। ਕਰਪਾਤਰੀ ਇਹ ਉੱਥੋਂ ਸ਼ਬਦ ਬਣਿਆ। ਵੈਸੇ ਇਹ ਸੰਸਕ੍ਰਿਤ ਦਾ ਵੀ ਸ਼ਬਦ ਹੈ, ਇਹਦਾ ਕਰਮ ਪ੍ਰਾਤੀ ਵੀ ਸ਼ਬਦ ਹੈ। ਤੋ ਹੱਥਾਂ ਨੂੰ ਭਾਂਡਾ ਬਣਾ ਕੇ ਰੱਖਣ ਦੀ ਕਿਰਿਆ ਹੁੰਦੀ ਹੈ, ਉਹਦੇ ਵਿੱਚ ਇਹ ਸਭ ਕੁਛ ਖਾਂਦੇ ਪੀਂਦੇ ਨੇ। ਤੇ ਪ੍ਰਸ਼ਾਦਾ ਵੀ ਉਹਦੇ ਤੇ, ਜਦੋਂ ਕੋਈ ਪ੍ਰਸ਼ਾਦਾ ਦਿੰਦਾ, ਆਪ ਵੀ ਕਈ ਵਾਰੀ ਦੇਖਣਾ ਜਦੋਂ ਆਪਾਂ ਲੰਗਰ ਛਕਦੇ ਹੁੰਦੇ ਹਾਂ, ਲੰਗਰ ਵਾਲੇ ਸਿੰਘ ਜਦੋਂ ਪ੍ਰਸ਼ਾਦਾ ਦੇਣ ਵਾਸਤੇ ਆਉਂਦੇ ਨੇ ਤਾਂ ਅਸੀਂ ਆਪਣੀਆਂ ਦੋਨੋਂ ਹੱਥ ਜੋੜ ਕੇ ਇੱਕ ਭਾਂਡਾ ਟਾਈਪ ਵਾਸਤੇ, ਉਹਨੂੰ ਕਰਪਾਤੀ ਕਿਹਾ ਜਾਂਦਾ। ਤੋ ਇੱਥੇ ਜਿਹੜੀ ਕਰਪਾਤੀ ਦੀ ਗੱਲ ਸਤਿਗੁਰ ਨੇ ਕੀਤੀ ਹੈ ਨਾ, ਉਹ ਕਰਮਕਾਂਡ ਦੇ ਦਿਨ ਕੀਤੀ। ਖਿਮਾ ਕਰਨੀ, ਉੱਥੇ ਆਪਾਂ ਸ਼ਰਧਾ ਦੇ ਵਾਸਤੇ ਦੋਨੋਂ ਹੱਥ ਜੋੜ ਰਹੇ ਹਾਂ। ਕਰਮਕਾਂਡ ਔਰ ਸ਼ਰਧਾ ਵਿੱਚ ਫਰਕ ਹੈ, ਕਿਉਂਕਿ ਅਸੀਂ ਹਰ ਜਗ੍ਹਾ ਦੇ ਉੱਤੇ ਐਸਾ ਨਹੀਂ ਕਰਦੇ, ਉਹ ਹਰ ਜਗ੍ਹਾ ਉੱਪਰ ਹੀ ਐਸਾ ਕਰਦੇ ਨੇ। ਜਿਹੜਾ ਕਰਮਕਾਂਡ ਹੁੰਦਾ ਹਰ ਜਗ੍ਹਾ ਉੱਪਰ ਹੀ ਕਰਦੇ ਨੇ। ਮੋਨ ਪਇਓ ਕਰਪਾਤੀ ਰਿਓ, ਨਗਨ ਫਿਰਿਓ ਬਨਮਾਹੀ। ਨੰਗੇ ਹੋ ਜਾਂਦੇ ਨੇ ਬਨ ਦੇ ਵਿੱਚ, ਜੰਗਲਾਂ ਦੇ ਵਿੱਚ ਨੰਗੇ। ਤੇ ਬਾਬਾ ਕਬੀਰ ਵੀ ਕਹਿੰਦੇ ਨੇ ਨਾ ਕਿ ਨਗਨ ਫਿਰਤ ਜੋ ਪਾਈਏ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਜੇ ਨੰਗੇ ਰਹਿਣ ਦੇ ਨਾਲ ਹੀ ਜੋਗ ਮਿਲਦਾ ਹੋਵੇ, ਤੇ ਜਿਹੜੇ ਬਨ ਦਾ ਮਿਰਗ ਹੈ ਨਾ, ਹਿਰਨ, ਉਹ ਵਿਚਾਰਾ ਕਦੀ ਕੱਪੜੇ ਨਹੀਂ ਪਾਉਂਦਾ, ਸਾਰੀ ਉਮਰ ਜਾਨਵਰ ਸਾਰੀ ਉਮਰ ਹੀ ਨੰਗੇ ਰਹਿੰਦੇ ਨੇ, ਤੇ ਉਹ ਤੇ ਫਿਰ ਸਭ ਤੋਂ ਪਹਿਲਾਂ ਮੁਕਤ ਹੋਵੇ। ਬਿੰਦ ਰਾਖ ਜੋ ਤਰੀਏ ਪਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਮੂਡ ਮੁੰਡਾਈ ਜੋ ਸਿਧ ਪਾਈ, ਮੁਕਤੀ ਭੇੜ ਨਾ ਕਹੀਆ ਕਾਈ। ਸਾਰੇ ਤਾਂ ਤੱਥ ਗੁਰਮਤਿ ਦੇ ਵਿੱਚ ਕੱਢ ਦਿੱਤੇ ਨੇ ਕਿ ਜੇ ਮੂੰਡ ਮੁੰਡਾਣ ਦੇ ਨਾਲ ਮੁਕਤੀ ਮਿਲਣੀ ਹੁੰਦੀ ਤੇ ਭੇੜ ਨੂੰ ਸਭ ਤੋਂ ਪਹਿਲਾਂ ਮੁਕਤੀ ਮਿਲਦੀ, ਜਿਹੜੀ ਵਿਚਾਰੀ ਹਰ ਤੀਜੇ ਮਹੀਨੇ ਮੁੰਨੀ ਜਾਂਦੀ। ਤੇ ਜੇ ਬਿੰਦ ਰਾਖ, ਜੇ ਵਿਰਜ ਰੱਖਣ ਦੇ ਨਾਲ ਹੀ ਮੁਕਤੀ ਮਿਲਣੀ ਹੁੰਦੀ, ਤੇ ਖੁਸਰਾ, ਜਿਹਨੂੰ ਵਿਰਜ ਦਾ ਸਵਾਦ ਹੀ ਨਹੀਂ ਪਤਾ, ਉਹਦੇ ਸਭ ਤੋਂ ਪਹਿਲਾਂ ਮੁਕਤੀ ਹੁੰਦੀ। ਤਾਂ ਸਾਰੀਆਂ ਦੀ ਸਾਰੀਆਂ ਗੱਲਾਂ ਗੁਰਮਤਿ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਦਿੱਤੀਆਂ ਗਈਆਂ ਨੇ। ਮੋਨ ਪਇਓ ਕਰਪਾਤੀ ਰਿਓ, ਨਗਨ ਫਿਰਿਓ ਬਨਮਾਹੀ। ਅਖਰੀ ਅਰਥ ਵੀ ਸਪਸ਼ਟ ਨੇ, ਅੰਤਰੀ ਭਾਵਨਾ ਵੀ ਸਪਸ਼ਟ ਹੈ। ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੇ ਨਾਹੀ। ਸਾਰੇ ਤਟਾਂ ਤੇ ਤੀਰਥਾਂ ਤੇ ਸਭ ਜਗ੍ਹਾ ਦੇ ਉੱਤੇ, ਕਿਉਂਕਿ ਤੀਰਥ ਦਾ ਅਸਲ ਮਤਲਬ ਹੀ ਨਹੀਂ ਨਾ ਸਮਝ ਸਕਿਆ, ਉਹ ਤਟ ਨੂੰ ਤੀਰਥ ਸਮਝ ਆ ਰਿਹਾ, ਯਾਨੀ ਕਿ ਕਿਸੇ ਨਦੀ ਦੇ ਕਿਨਾਰੇ ਨੂੰ ਤੀਰਥ ਦਾ ਸਥਾਨ ਸਮਝਦਾ ਰਿਹਾ। ਤਾਂ ਹੋਇਆ ਕਿ ਦੁਬਿਧਾ ਛੁਟਕੇ ਨਾਹੀ। ਦੁਬਿਧਾ ਤਾਂ ਫਿਰ ਵੀ ਨਾ ਛੁੱਟੀ, ਭਟਕਦਾ ਹੀ ਰਿਹਾ। ਤੋ ਪਾਤਸ਼ਾਹ ਕਹਿੰਦੇ ਨੇ ਕੋਈ ਮਨੁੱਖ ਚੁੱਪੀ ਸਾਦੀ ਬੈਠਾ ਰਹੇ, ਕੋਈ ਕਰਪਾਤੀ ਬਣ ਜਾਏ, ਭਾਂਡਾ ਹੱਥਾਂ ਨੂੰ ਬਣਾ ਲਵੇ, ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰੇ, ਕੋਈ ਤੀਰਥਾਂ ਦੇ ਉੱਤੇ ਰਟਨ ਕਰਦਾ ਫਿਰੇ, ਕੋਈ ਸਾਰੀ ਧਰਤੀ ਭਰਮਣ ਕਰਦਾ ਫਿਰੇ, ਤਾਂ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਮਨ ਨਹੀਂ ਡੋਲ ਰਿਹਾ ਉਹਦਾ? ਸਤਿਗੁਰ ਕਹਿੰਦੇ ਨੇ ਕਿ ਜੇਤਾ ਭਵਿਆ ਤੇਤਾ ਲਵਿਆ, ਲਿਖ ਲਿਖ ਪੜਿਆ ਤੇਤਾ ਕੜਿਆ। ਜਿੰਨਾ ਮਨੁੱਖ ਭਵਦਾ ਹੈ ਨਾ, ਓਨਾ ਹੀ ਫਿਰ ਉਹ ਝੂਠ ਵੀ ਬੋਲਦਾ ਨਾਲ ਹੀ। ਹੁਣ ਪਾਸੇ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਯਤਨ ਕਮਾਏ। ਜੇ ਬਿਦ ਲੱਖ ਯਤਨ ਕਰਾਏ। ਕਾਮਨਾ ਇੱਛਾ ਨੂੰ ਕਹਿੰਦੇ ਨੇ। ਮਨੁੱਖ ਆਪਣੀ ਮਨੋਕਾਮਨਾ ਦੇ ਮੁਤਾਬਕ ਫਿਰ ਆਪਣੇ ਮਿੱਥੇ ਹੋਏ ਤੀਰਥ ਉੱਪਰ ਜਾਂਦਾ, ਲੇਕਿਨ ਉਸਦੀ ਤੀਰਥ ਉੱਤੇ ਜਾਣ ਦੀ ਕਾਮਨਾ ਦੇ ਵਿੱਚ ਸਤਿਗੁਰ ਕਹਿੰਦੇ ਕੋਈ ਸ਼ੱਕ ਨਹੀਂ, ਕਿਉਂਕਿ ਉਹ ਤੀਰਥ ਹੀ ਕਰਨ ਜਾ ਰਿਹਾ, ਲੇਕਿਨ ਤੀਰਥ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ। ਤੇ ਸਿਰ ਉੱਪਰ ਫਿਰ ਕਰਵਾਤੀ, ਜਿਹਨੂੰ ਸਿਰ ਦਾ ਆਰਾ ਕਿਹਾ ਜਾਂਦਾ ਹੈ, ਐਸੀ ਵੀ ਇੱਕ ਕਿਰਿਆ ਸੀਗੀ। ਇਹ ਆਰਾ ਅੱਜ ਵੀ ਮੌਜੂਦ ਹੈ ਕਿਸੇ ਇੱਕ ਸ਼ਿਵ ਦੇ ਮੰਦਿਰ ਦੇ ਵਿੱਚ। ਮੈਨੂੰ ਕਿਸੇ ਨੇ ਦੱਸਿਆ ਕਿ ਜਿਹੜੇ ਸਾਊਥ ਵੱਲ ਮੰਦਿਰ ਨੇ, ਤਾਂ ਕਹਿੰਦੇ ਨੇ ਕਿ ਜਿਹੜਾ ਇਸ ਆਰੇ ਦੇ ਨਾਲ ਆਪਣਾ ਆਪਾ ਕਟਵਾਉਂਦਾ ਹੈ ਨਾ, ਚਿਰਵਾਉਂਦਾ ਹੈ, ਉਹਦੀ ਫਿਰ ਮੁਕਤੀ ਹੁੰਦੀ ਹੈ। ਇਹ ਫਿਰ ਇੱਕ ਕਰਮ ਕਾਂਡ ਦੀ ਗੱਲ ਹੈ ਜਿਹੜੀ ਸਤਿਗੁਰੂ ਨੇ ਸਾਨੂੰ ਸਮਝਾਈ ਹੈ। ਜਿਵੇਂ ਪਾਤਸ਼ਾਹ ਕਹਿੰਦੇ ਨੇ ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੇ ਨਾਹੀ। ਜਿਵੇਂ ਦੁਬਿਧਾ ਨਹੀਂ ਛੁੱਟਦੀ ਨਾ, ਇੱਦਾਂ ਕਰਵਤ ਇਹ ਇੱਕ ਬਹੁਤ ਵੱਡੀ ਜਿਹੜੀ ਹੈ ਕਰਮ ਕਾਂਡ ਦੀ ਪ੍ਰਕਿਰਿਆ ਹੈ ਕਿ ਕੋਈ ਮਨੁੱਖ ਸੋਚੇ ਕਿ ਮੈਂ ਸ਼ਿਵ ਜੀ ਦੇ ਆਰੇ ਥੱਲੇ ਆ ਕੇ ਚੀਰਿਆ ਜਾਵਾਂ। ਹਾਂ, ਆਰਿਆਂ ਨਾਲ ਚਿਰਵਾਏ ਗਏ, ਲੇਕਿਨ ਆਰਿਆਂ ਦੇ ਨਾਲ ਚਿਰਵਾਏ ਗਏ ਉਹ ਇੱਕ ਮਕਸਦ ਦੇ ਲਈ ਚਿਰਵਾਏ ਗਏ, ਕਿਉਂਕਿ ਉਹਨਾਂ ਨੇ ਕਿਸੇ ਨੂੰ ਆਜ਼ਾਦੀ ਦਿਵਾਉਣੀ ਸੀ, ਕਿਸੇ ਦਾ ਧਰਮ ਬਚਾਉਣਾ ਸੀਗਾ, ਆਪਣੀ ਕੁਰਬਾਨੀ, ਉਹ ਗੱਲ ਕੁਰਬਾਨੀ ਦੀ ਸੀ। ਇੱਥੇ ਮਨੁੱਖ ਆਪਣੀ ਜਿਹੜੀ ਕਾਮਨਾ ਹੈ ਉਸ ਦੀ ਪੂਰੀ ਕਰਨ ਦੇ ਲਈ ਕਿ ਸਾਨੂੰ ਸਵਰਗ ਮਿਲੇ। ਤਾਂ ਇਹ ਕਰਵਤ ਇੱਕ ਆਰਾ ਹੈ, ਸ਼ਿਵ ਜੀ ਦਾ ਆਰਾ ਇਸ ਨੂੰ ਕਿਹਾ ਗਿਆ। ਇਹ ਬਨਾਰਸ ਦੇ ਇੱਕ ਸ਼ਿਵ ਮੰਦਿਰ ਦੇ ਵਿੱਚ ਮੈਨੂੰ ਯਾਦ ਆ ਗਿਆ ਮੌਜੂਦ ਹੈ। ਤਾਂ ਸ਼ਿਵ ਲੋਕ ਦੇ ਵਿੱਚ ਪਹੁੰਚਣ ਦੀ ਤਾਂਘ ਜਿਹੜੇ ਰੱਖਦੇ ਸਨ ਭੁਲੱਖੜ ਮਨੁੱਖ, ਜਿਹੜੇ ਕਰਮਕਾਂਡੀ ਮਨੁੱਖ ਸਨ, ਉਹ ਆਪਣੇ ਆਪ ਨੂੰ ਚਿਰਵਾ ਲੈਂਦੇ ਸਨ। ਅੱਜ ਤੇ ਇਹ ਕਿਰਿਆਵਾਂ ਨਹੀਂ ਨੇ।
तो सतगुरु जी ने फिर स्पष्ट रूप ਦੇ ਵਿੱਚ ਕਹਿ ਦਿੱਤਾ ਕਿ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ, ਕਿ ਉਹ ਆਰੇ ਦੇ ਨਾਲ ਚਿਰਵਾਉਣ ਦੇ ਨਾਲ। ਮੈਂ ਇੱਕ ਸਾਖੀ ਪੜ੍ਹ ਰਿਹਾ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਜਗ੍ਹਾ ਦੇ ਉੱਤੇ ਗਏ, ਉੱਥੇ ਨਦੀ ਜਿਹੜੀ ਸੀ ਨਾ ਸੁੱਕੀ ਹੋਈ ਸੀ, ਉਹਨੂੰ ਤੀਰਥ ਕਹਿੰਦੇ ਸਨ ਲੋਕ। ਤੇ ਪੰਡਤ ਜਿਹੜੇ ਸਨ ਉਹ ਕਹਿੰਦੇ ਸਨ ਕਿ ਜਿਹੜਾ ਇਸ ਨਦੀ ਵਿੱਚ ਛਾਲ ਮਾਰੇਗਾ ਨਾ, ਸੁੱਕੀ ਹੋਈ ਨਦੀ ਵਿੱਚ, ਹੁਣ ਜ਼ਾਹਿਰ ਤੌਰ ਉੱਪਰ ਜਿਹੜਾ ਸੁੱਕੀ ਨਦੀ ਵਿੱਚ ਜੇ ਪਾਣੀ ਹੈ ਤਾਂ ਫਿਰ ਕੋਈ ਬਚਣ ਦੇ ਚਾਂਸ ਨੇ, ਸੁੱਕੀ ਨਦੀ ਵਿੱਚ ਉੱਪਰੋਂ ਛਾਲ ਮਾਰੇਗਾ, ਠਾਂ ਥੱਲੇ ਰੇਤ ਵਿੱਚ ਡਿੱਗੇਗਾ, ਮਰੇਗਾ ਹੀ, ਕਿ ਸਿੱਧਾ ਸਵਰਗ ਨੂੰ ਜਾਏਗਾ। ਤੇ ਸਵਰਗ ਦੇ ਵਿੱਚ ਜਾਣ ਤੋਂ ਪਹਿਲਾਂ ਮਰਨ ਵਾਲਾ ਮਨੁੱਖ ਸੀ ਨਾ ਜਿਹੜਾ, ਉਹ ਕਹਿੰਦਾ ਸੀਗਾ ਹੁਣ ਮੈਂ ਤੇ ਮਰ ਜਾਣਾ ਹੈ, ਤੇ ਇਸ ਕਰਕੇ ਜਿਹੜੀ ਸਾਰੀ ਆਪਣੀ ਪ੍ਰਾਪਰਟੀ ਸੀ ਨਾ ਪੰਡਤਾਂ ਦੇ ਨਾਮ ਕਰ ਜਾਇਆ ਕਰਦਾ ਸੀ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾ ਸਵਾਲ ਕੀਤਾ ਕਿ ਇਹ ਜਿਹੜੀ ਨਦੀ ਹੈ ਸੁੱਕੀ ਕਿਉਂ ਹੈ, ਜੇ ਤੀਰਥ ਸੀ ਤਾਂ ਸੁੱਕਿਆ ਕਿਉਂ? ਆਖੇ ਜੀ ਨਦੀ ਨਹਾਉਣ ਗਈ ਹੈ, ਇਸ਼ਨਾਨ ਕਰਨ ਗਈ ਹੈ। ਤੇ ਪਾਤਸ਼ਾਹ ਕਹਿੰਦੇ ਚਲੋ ਛਾਲ ਮਾਰਨ ਦੇ ਨਾਲ ਕੀ ਮਿਲੇਗਾ? ਕਿ ਸਵਰਗ ਮਿਲੇਗਾ। ਸਤਿਗੁਰੂ ਕਹਿੰਦੇ ਪੱਕੀ ਗੱਲ? ਕਹਿੰਦੇ ਪੱਕੀ ਗੱਲ ਹੈ। ਫਿਰ ਪਾਤਸ਼ਾਹ ਕਹਿੰਦੇ ਪਹਿਲਾਂ ਤੂੰ ਆਪ ਕਿਉਂ ਨਹੀਂ ਛਾਲ ਮਾਰ ਰਿਹਾ? ਜਦ ਤੈਨੂੰ ਪਤਾ ਹੈ ਸਵਰਗ ਮਿਲੇਗਾ ਤੇ ਤੂੰ ਛਾਲ ਕਿਉਂ ਨਹੀਂ ਮਾਰ ਰਿਹਾ? ਹੁਣ ਜ਼ਾਹਿਰ ਤੌਰ ਪਰ ਸਵਰਗ ਦੀ ਜਿਹੜੀ ਕਾਮਨਾ ਕਰਨ ਵਾਸਤੇ ਮਨੁੱਖ ਜਾਂਦਾ ਹੈ, ਉਹ ਆਪ ਛਾਲ ਕਿਉਂ ਨਹੀਂ ਮਾਰ ਰਿਹਾ? ਇਸ ਦਾ ਉਹਨਾਂ ਪੰਡਤਾਂ ਪਾਸ ਕੋਈ ਜਵਾਬ ਨਹੀਂ ਸੀ, ਕਿਉਂਕਿ ਜ਼ਾਹਿਰ ਤੌਰ ਉੱਪਰ ਉਹ ਆਪ ਛਾਲ ਕਿਵੇਂ ਮਾਰ ਸਕਦੇ ਸਨ? ਕਿਉਂਕਿ ਉਹ ਲੋਕਾਂ ਨੂੰ। ਅੱਛਾ, ਫਿਰ ਦੂਸਰੀ ਗੱਲ ਹੁੰਦੀ ਹੈ, ਜਿਵੇਂ ਅੱਜ ਵੀ ਲੋਕ ਅੰਨੀ ਸ਼ਰਧਾ ਦੇ ਵਿੱਚ, ਕਿਉਂਕਿ ਸਤਿਗੁਰਾਂ ਨੇ ਸਾਨੂੰ ਇਸੇ ਹੀ ਅੰਨੀ ਸ਼ਰਧਾ ਤੋਂ ਬਾਹਰ ਕੀਤਾ। ਇਸੇ ਕਰਕੇ ਪਾਤਸ਼ਾਹ ਨੇ ਜਦੋਂ ਤੀਰ ਚੁਕਾਇਆ ਦਾਦੂ ਦੀ ਸਮਾਧ ਵੱਲ, ਤੇ ਸਤਿਗੁਰਾਂ ਤੋਂ ਸਵਾਲ ਪੁੱਛਿਆ ਗੁਰ ਕੇ ਸਿੱਖਾਂ ਨੇ। ਇਸੇ ਕਰਕੇ ਸਾਨੂੰ ਸਤਿਗੁਰਾਂ ਨੇ ਖੁੱਲ੍ਹ ਦਿੱਤੀ ਹੈ ਕਿ ਤੁਸੀਂ ਵੀ ਸਵਾਲ ਕਰੋ, ਕਿਤੇ ਅੰਨੀ ਸ਼ਰਧਾ ਵਸ ਹੋ ਕੇ ਮੇਰੇ ਪਿੱਛੇ ਨਹੀਂ ਤੁਰਨਾ। ਇਸ ਕਰਕੇ ਪਾਤਸ਼ਾਹ ਨੇ ਗੁਰਮਤ ਵਿੱਚ ਵੀ ਪ੍ਰਸ਼ਨ ਕੀਤੇ ਨੇ ਔਰ ਸਿੱਖ ਨੂੰ ਵੀ ਪ੍ਰਸ਼ਨ ਕਰਨ ਦੀ ਖੁੱਲ੍ਹ ਦਿੱਤੀ ਹੈ, ਤਾਂ ਕਿ ਅੰਨੀ ਸ਼ਰਧਾ ਨਾ ਜਗੇ। ਅੰਧ ਵਿਸ਼ਵਾਸ ਨਹੀਂ, ਸਿੱਖ ਦਾ ਪੂਰਨ ਵਿਸ਼ਵਾਸ ਹੈ। ਅੰਧ ਵਿਸ਼ਵਾਸ ਵਿੱਚ ਔਰ ਪੂਰਨ ਵਿਸ਼ਵਾਸ ਵਿੱਚ ਫਰਕ ਹੈ। ਇਹ ਆਪਾਂ ਫਿਰ ਕਿਸੇ ਵਕਤ ਡਿਸਕਸ ਕਰ ਲਵਾਂਗੇ, ਕਿਉਂਕਿ ਸਮਾਂ ਜਿਹੜਾ ਹੈ ਉਹ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ। ਹੁਣ ਪਾਤਸ਼ਾਹ ਕਹਿੰਦੇ ਨੇ ਕੋਈ ਮਨੁੱਖ ਮਨੋਕਾਮਨਾ ਦੇ ਮੁਤਾਬਕ ਤੀਰਥਾਂ ਉੱਪਰ ਜਾਣ ਦਾ ਚਾਹਵਾਨ ਸ਼ਿਵ ਦੇ ਆਰੇ ਥੱਲੇ ਆਪਣਾ ਸੀਸ ਕਟਾ ਲਵੇ, ਆਪਣੇ ਆਪ ਨੂੰ ਚਿਰਵਾ ਲਵੇ। ਕੋਈ ਮਨੁੱਖ ਲੱਖਾਂ ਹੀ ਯਤਨ ਕਰੇ ਪਰ ਉਹ ਵਿਕਾਰਾਂ ਦੀ ਮੈਲ ਤੋਂ ਮੁਕਤ ਨਹੀਂ ਹੋ ਸਕ ਰਿਹਾ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਏ ਬਿਦ ਜੇ ਲੱਖ ਯਤਨ ਕਰਾਏ। ਇੱਕ ਵਾਰੀ ਨਹੀਂ, ਲੱਖਾਂ ਵਾਰੀ ਇਹ ਸਾਰੇ ਥੱਲੇ, ਲੱਖਾਂ ਵਾਰੀ ਤੀਰਥਾਂ ਤੇ ਜਾ ਕੇ, ਕਿਉਂਕਿ ਉਹ ਤੀਰਥ ਹੈ ਹੀ ਨਹੀਂ, ਕਿਉਂਕਿ ਉਹ ਤਰੀਕਾ ਹੈ ਹੀ ਨਹੀਂ, ਜੁਗਤ ਹੈ ਹੀ ਨਹੀਂ ਪਰਮਾਤਮਾ ਦੀ। तो सतगुरु जी फिर कहते हैं कि कनक कामनी है वर गैवर बहु विद दान दातारा अन्न वस्त्र पूम बहु अरपे न मिलियो हर द्वारा। हुण इत्थे दान दी गल है। कोई मनुख सोना, क्योंकि पहले जमाने में खिमा करनी इस्त्री भी लोग दान कर, कामनी का मतलब इस्त्री है। इस्त्री तक कई दंद कथावां भी है ने, कई इतिहासिक धर्म की कथावां जिथे इस्त्रियां भी दान कर दित्तियां गईयां। सोना, इस्त्री, वधिया घोड़े, वधिया हाथी, ये सारियां किस्मां अगर दान कर दिता है। हुण वो दान इस भावना नाल नहीं कर रहा कि जिन्हों मैं दान करना है उस दा मैं पेट भरना है। वो इस कामना दे नाल कर रहा कि जे मैं दान करदा इस तरीक नूं तां मेरी मुक्ति होएगी। यानी कि लालसा अपनी है, कामना अपनी है। निष्काम भावना दी जिहड़ी है ना, वो प्राप्ति सतगुरु जी कहते जिस मनुख दे अंदर नहीं है उस मनुख दा कीता होया। कोई मनुख अन्न दा दान करदा है, कोई कपड़े दा दान करदा है, कोई जमीन दान कर दिंदा है। लेकिन ये सारियां दी सारियां गल्लां अगर तरीके दे विच नहीं कीतियां जा रहीआं तां फिर मनुख नूं नहीं समझ गल लग सकदी। तो सतगुरु जी कहते हैं कि गल दी सोझी मनुख नूं उसे वक्त लगेगी जिस वक्त वो इस गल नूं समझेगा कि नाम दे सिमरन तो बिना कुछ भी संभव नहीं है। पूजा अर्चा बंधन डंडौत खट कर्मा रत रहता हों करत बंधन में परया न मिली ए जुगता। पूजा अर्चा बंधन डंडौत, कोई मनुख देव पूजा करे, कोई नमस्कार करता है डंडौत। हुण मैं डंडौत का थोड़ा जिहा आप जी नूं मतलब समझा दियां कि बिल्कुल सीधा ढिड दे पार सड़क उपर लेट जाना, जिथे सिर पहुंचे उत्थे फिर लत्तां पहुंचा के फिर अगे लेटना, फिर जिथे सिर पहुंचे उत्थे लत्तां पहुंचा के फिर सीधा लेटना। इस तरह कर करके देवी दे मंदिर तक पहुंचना या पूजा वाली थां तक पहुंचना। मैनूं एक व्यक्ति ने सवाल किया, कहंदा भी तुसीं भी ते गुरमत दे विच लिखिआ कर डंडौत पुन वड्डा है। हुण आपां भी जदों कीर्तन सोहले दा पाठ करदे बिल्कुल आया उहदे विच कर डंडौत उत पुन वड्डा है। लेकिन वो डंडौत किहड़ी है? डंडौत का असल मतलब है डंडे वांगू सीधा हो जाना। तो जिहड़ा अपने गुरु के बिल्कुल सीधा होकर समर्पित है, कोई वल छल नहीं उहदे विच, कोई कर्म कांड नहीं उहदे विच, सतगुरु कहंदे ने सब तो वड्डा पुण्य ही होई है जदों अपने गुरु दे अगे सिर्फ सीधे हो के, कोई वल छल तो बगैर, किसी किस्म के कर्म कांड तो बगैर। तो पातशाह ने फिर अज दे इस पवित्र महाफरमान दे जिहड़ा निष्कर्ष सानूं दिता है, कहो नानक तिस पयो प्राप्त जिस पुरब लिखे का लैना
ਉਸੇ ਨੂੰ ਹੀ ਅਕਾਲ ਪੁਰਖ ਪ੍ਰਾਪਤ ਹੁੰਦੇ ਨੇ। ਤਾਂ ਸਤਿਗੁਰ ਕਹਿੰਦੇ ਪਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ, ਤਾਂ ਕਿ ਦੋ ਰਹਾਉ ਦੇ ਕੇ ਸਤਿਗੁਰ ਨੇ ਗੱਲ ਸਪਸ਼ਟ ਕੀਤੀ ਹੈ। ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਆਪ ਸੁਣ ਰਹੇ ਹੋ ਇਸ ਵਕਤ ਚੜ੍ਹਦੀ ਕਲਾ ਪ੍ਰੋਗਰਾਮ ਆਪਣੇ ਦਾਸ ਗੁਰਦੀਪ ਸਿੰਘ ਦੇ ਨਾਲ। ਅੱਜ ਦੇ ਇਤਿਹਾਸਕ ਦਿਹਾੜੇ ਵੀ ਫਰੋਲ ਲਈਏ। ਅੱਜ ਦੇ ਇਤਿਹਾਸਕ ਦਿਹਾੜਿਆਂ ਦੇ ਵਿੱਚ 2-3 ਇਤਿਹਾਸਕ ਦਿਹਾੜੇ ਜਿਹੜੀਆਂ 2-3 ਘਟਨਾਵਾਂ ਅੱਜ ਦੇ ਦਿਨ ਵਾਪਰੀਆਂ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ। ਅੱਜ ਜੁਲਾਈ ਮਹੀਨੇ ਦੀ 24 ਤਰੀਕ ਹੈ ਜੀ, ਔਰ ਜੁਲਾਈ ਮਹੀਨੇ ਦੀ 24 ਤਰੀਕ ਵਾਲੇ ਦਿਨ ਯਾਨੀ ਕਿ ਅੱਜ ਦੇ ਦਿਨ 24 ਜੁਲਾਈ 1954 ਵਾਲੇ ਦਿਨ ਬਾਬਾ ਗੁਰਦਿੱਤ ਸਿੰਘ ਸਾਹਿਬ ਜੀ ਜਿਹੜੇ ਕਿ ਕਾਮਾ ਕਾਟਾ ਮਾਰੂ ਨਗਰ ਦੇ ਉਸ ਜਹਾਜ਼ ਦੇ ਲੀਡਰ ਸਨ, ਜਿਹੜਾ ਜਹਾਜ਼ ਭਾਰਤ ਦੀ ਆਜ਼ਾਦੀ ਦੇ ਲਈ ਚੱਲਿਆ ਸੀ ਕੈਨੇਡਾ ਤੋਂ। ਉਹਨਾਂ ਗਦਰੀ ਬਾਬਿਆਂ ਦੇ ਵਿੱਚੋਂ ਇੱਕ ਸਨ ਔਰ ਉਹਨਾਂ ਦਾ ਅੱਜ ਦੇ ਦਿਨ ਦੇਹਾਂਤ ਹੋ ਗਿਆ ਸੀ। ਅੱਜ ਦੇ ਦਿਨ ਉਹ ਆਪਣਾ ਸਰੀਰ ਛੱਡ ਗਏ ਸਨ 24 ਜੁਲਾਈ 1954 ਵਾਲੇ ਦਿਨ। ਅੱਜ ਦੇ ਦਿਨ ਭਾਵ 24 ਜੁਲਾਈ 1985 ਵਾਲੇ ਦਿਨ ਇੱਕ ਰਿਟਨ ਐਗਰੀਮੈਂਟ ਹੋਇਆ ਸੀ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਸ ਵਕਤ ਦੇ ਪ੍ਰਧਾਨ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਅਤੇ ਉਸ ਵਕਤ ਦੇ ਭਾਰਤ ਦੇ ਪ੍ਰਧਾਨ ਅਤੇ ਸਿੱਖਾਂ ਦੇ ਕਥਿਤ ਕਾਤਲ ਰਾਜੀਵ ਗਾਂਧੀ ਦੇ ਵਿਚਾਲੇ ਹੋਇਆ ਸੀ, ਜਿਸ ਨੂੰ ਕਿ ਰਾਜੀਵ ਲੋਂਗੋਵਾਲ ਅਕੜ ਵੀ ਕਿਹਾ ਗਿਆ। ਇਸ ਦੇ ਵਿੱਚ ਜਨਵਰੀ 25 1986 ਨੂੰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ, ਯਾਨੀ ਕਿ 25 ਜਨਵਰੀ 1986 ਤੱਕ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇਗਾ, ਐਸਾ ਉਸ ਸਮਝੌਤੇ ਵਿੱਚ ਕਿਹਾ ਗਿਆ ਸੀ। ਲੇਕਿਨ ਅੱਜ ਤੱਕ ਵੀ ਪੰਜਾਬ ਚੰਡੀਗੜ੍ਹ ਦੇ ਹਵਾਲੇ ਨਹੀਂ ਕੀਤਾ ਗਿਆ। ਇਸ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ 25 ਜਨਵਰੀ 1986 ਤੱਕ ਫਾਜ਼ਿਲਕਾ ਅਤੇ ਅਬੋਹਰ ਜਿਹੜੇ ਪੰਜਾਬ ਦੇ 2 ਜ਼ਿਲ੍ਹੇ ਨੇ ਉਹ ਹਰਿਆਣਾ ਦੇ ਹਵਾਲੇ ਕਰ ਦਿੱਤੇ ਜਾਣਗੇ। ਯਾਨੀ ਕਿ 25 ਜਨਵਰੀ 1986 ਤੋਂ ਬਾਅਦ ਅਬੋਹਰ ਅਤੇ ਫਾਜ਼ਿਲਕਾ ਪੰਜਾਬ ਦਾ ਹਿੱਸਾ ਨਹੀਂ ਰਹਿਣਗੇ, ਉਹ ਹਰਿਆਣੇ ਦੇ ਹਿੱਸੇ ਹੋ ਜਾਣਗੇ ਅਤੇ ਉਸ ਦੇ ਮੁਕਾਬਲੇ ਉੱਪਰ ਉਹਨਾਂ ਨੂੰ ਉਸ ਦੇ ਬਰਾਬਰ ਚੰਡੀਗੜ੍ਹ ਜਿਹੜਾ ਉਹ ਪੰਜਾਬ ਨੂੰ ਦੇ ਦਿੱਤਾ ਜਾਏਗਾ। ਇਸ ਤੋਂ ਇਲਾਵਾ ਜਿਹੜਾ ਅੱਜ ਦਾ ਇਹ ਰਾਜੀਵ ਗਾਂਧੀ ਸਮਝੌਤਾ ਹੋਇਆ ਸੀ, ਇਸ ਨੂੰ ਪਾਰਲੀਮੈਂਟ ਦੇ ਵਿੱਚ ਰੱਖੇ ਜਾਣ ਦੀ ਵੀ ਗੱਲ ਕਹੀ ਗਈ ਸੀ, ਪਰ ਪਾਰਲੀਮੈਂਟ ਦੇ ਵਿੱਚ ਇਹ ਪਾਸ ਹੋਇਆ ਜਾਂ ਨਹੀਂ ਹੋਇਆ ਉਸ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇਸ ਦੇ ਵਿੱਚੋਂ ਕੋਈ ਇੱਕ ਵੀ ਮੰਗ ਕਾਂਗਰਸ ਵਾਲਿਆਂ ਨੇ ਨਹੀਂ ਮੰਨੀ। ਔਰ ਐਸਾ ਵੀ ਕਿਹਾ ਜਾਂਦਾ ਹੈ ਕਿ ਇੱਕ ਵਕਤ ਐਸਾ ਵੀ ਆ ਗਿਆ ਸੀ ਜਦੋਂ ਰਾਜੀਵ ਲੋਂਗੋਵਾਲ ਸਮਝੌਤੇ ਦਾ ਅਕਾਲੀਆਂ ਵੱਲੋਂ ਹੀ ਅੰਦਰੋਂ ਅੰਦਰੀ ਵਿਰੋਧ ਕੀਤਾ ਗਿਆ ਸੀ। ਇਸ ਦੇ ਵਿੱਚ ਜਿਹੜੀਆਂ ਸ਼ਰਤਾਂ ਸਨ ਉਹ ਮੋਟੇ ਤੌਰ ਤੇ ਮੈਂ ਆਪ ਜੀ ਨੂੰ ਦੱਸਦਾ ਚੱਲਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਇਸ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਵੀ ਰੱਖਿਆ ਗਿਆ ਸੀ, ਜਿਸ ਨੂੰ ਕਿ ਸਾਫ਼ ਹੀ ਮਨਾ ਕਰ ਦਿੱਤਾ ਗਿਆ ਸੀ, ਅਨੰਦਪੁਰ ਸਾਹਿਬ ਦਾ ਮਤਾ ਨਹੀਂ ਮੰਨਿਆ ਜਾਏਗਾ। ਇਸ ਦੇ ਵਿੱਚ ਇਹ ਵੀ ਸੀ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜਿਹੜੀ ਧਾਰਾ 25(2)(b) ਹੈ, ਉਸ ਦੇ ਵਿੱਚ ਜਿਹੜਾ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਮੰਨਿਆ ਗਿਆ ਉਸ ਧਾਰਾ ਨੂੰ ਖਤਮ ਕੀਤਾ ਜਾਏਗਾ।